ਕਿਵੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ MBA ਐਡਮਿਸ਼ਨ ਘੁਟਾਲੇ ਦੇ ਵਿੱਚ ਹੋਈ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਯਾਨੀ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਦੀ ਐਂਟਰੀ। ਕਿਵੇਂ ਮਹਿਜ਼ ਛੋਟੀ ਜਿਹੀ ਜਾਣਕਾਰੀ ਮਿਲਣ ਤੇ ਹੀ ਹਰਕਤ ਦੇ ਵਿੱਚ ਆਇਆ ਵਾਈਸ ਪ੍ਰੈਜ਼ੀਡੈਂਟ ਸਕੱਤਰੇਤ। ਕਿਵੇਂ ਢੀਠਪੁਣੇ ਤੇ ਉਤਰੀ ਪੰਜਾਬ ਯੂਨੀਵਰਸਿਟੀ ਅਤੇ ਇਸ ਦੇ ਉੱਚ ਅਧਿਕਾਰੀਆਂ ਨੇ ਕੀਤੀ MBA ਐਡਮਿਸ਼ਨ ਸਕੈਮ ਅਤੇ ਇਸ ਦੇ ਪਿੱਛੇ ਦੀ ਜਾਲਸਾਜ਼ੀਆਂ ਨੂੰ ਛੁਪਾਉਣ ਦੀ ਕੋਸ਼ਿਸ਼। ਕਿਵੇਂ ਮਾਣਯੋਗ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਹੁਕਮਾਂ ਨੂੰ ਛਿੱਕੇ ਤੇ ਟੰਗ ਰਹੇ ਨੇ ਪੰਜਾਬ ਯੂਨੀਵਰਸਿਟੀ ਦੇ ਉੱਚ ਅਧਿਕਾਰੀ। ਤੁਸੀਂ ਦੇਖ ਰਹੇ ਹੋ ਦ ਖਬਰਸਾਰ ਤੇ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਸਾਡੇ ਵੱਲੋਂ ਕਈ ਦਰਖਾਸਤਾਂ ਵਾਈਸ ਚਾਂਸਲਰ ਆਫ ਪੰਜਾਬ ਯੂਨੀਵਰਸਿਟੀ ਨੂੰ UBS ਯਾਨੀ ਕਿ ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਚੇਅਰਪਰਸਨ ਨੂੰ ਭੇਜੀਆਂ ਗਈਆਂ। ਅਪ੍ਰੈਲ 2023 ਦੇ ਵਿੱਚ ਵੀ ਭੇਜੀ ਗਈ, ਜਿਹਦੇ ਵਿੱਚ ਮਹਿਜ਼ ਸਾਡੇ ਵੱਲੋਂ ਕਾਪੀ ਕੀਤੀ ਗਈ ਸੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ, ਕਿਉਂਕਿ ਉਹ ਚਾਂਸਲਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ। ਪੰਜਾਬ ਯੂਨੀਵਰਸਿਟੀ ਜਿਨ੍ਹਾਂ ਨੂੰ ਸਿੱਧੇ ਤੌਰ ਤੇ ਮਾਰਕ ਕੀਤੀ ਸੀ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਆਇਆ, ਪਰ ਹੈਰਾਨੀ ਉਦੋਂ ਹੋਈ ਜਦੋਂ ਮਹਿਜ਼ ਇੱਕ ਕਾਪੀ ਮਿਲਣ ਤੇ ਹੀ ਯਾਨੀ ਛੋਟੀ ਜਿਹੀ ਜਾਣਕਾਰੀ ਮਿਲਣ ਤੇ ਹੀ ਵਾਈਸ ਪ੍ਰੈਜ਼ੀਡੈਂਟ ਸਕੱਤਰੇਤ ਹਰਕਤ ਦੇ ਵਿੱਚ ਆਇਆ ਤੇ ਸਾਡੀ ਮੇਲ ਦਾ ਨੋਟਿਸ ਲੈਂਦਿਆਂ ਪੰਜਾਬ ਯੂਨੀਵਰਸਿਟੀ ਨੂੰ ਚਿੱਠੀ ਘੱਲੀ ਗਈ। ਇਸ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ RTI ਐਕਟਿਵਿਸਟ ਡਾਕਟਰ ਰਾਜਿੰਦਰ ਕੁਮਾਰ ਸਿੰਗਲਾ ਜੀ। ਡਾਕਟਰ ਸਾਹਿਬ ਬਹੁਤ ਸਵਾਗਤ ਹੈ। ਧੰਨਵਾਦ ਠਾਕੁਰ ਸਾਹਿਬ। ਡਾਕਟਰ ਸਾਹਿਬ, ਪੰਜਾਬ ਯੂਨੀਵਰਸਿਟੀ ਵਾਲੇ ਜ਼ਿੱਦੀ ਨੇ, ਬੇਸ਼ਰਮ ਨੇ, ਢੀਠ ਨੇ, ਕੀ ਨੇ? ਜਿੱਥੋਂ ਤੱਕ ਕਰਪਸ਼ਨ, ਘਪਲਿਆਂ ਤੇ ਘੁਟਾਲਿਆਂ ਦਾ ਮਾਮਲਾ ਹੈ, ਇਹ ਹਰ ਪੱਖੋਂ ਹੀ ਹਰ ਹੱਦ ਕ੍ਰਾਸ ਕਰ ਜਾਂਦੇ ਨੇ। ਇਸ ਮਾਮਲੇ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਕਦੋਂ ਦੇ ਲੱਗੇ ਹੋਏ ਹਾਂ, ਕਿੰਨੀਆਂ ਇਹਨਾਂ ਨੂੰ RTI ਦੀਆਂ ਐਪਲੀਕੇਸ਼ਨਾਂ ਪਾਈਆਂ, ਸ਼ਿਕਾਇਤਾਂ ਪਾਈਆਂ ਤੇ 2 ਵਾਰ ਇਸ ਮਾਮਲੇ ਨੂੰ ਉਜਾਗਰ ਵੀ ਕਰ ਚੁੱਕੇ ਹਾਂ, ਪਰ ਫਿਰ ਵੀ ਇਹ ਡਟੇ ਹੋਏ ਨੇ ਕਿ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਵੀ ਅਧਿਕਾਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਨੀ ਤੇ ਇਹ ਐਡਮਿਟ ਨਹੀਂ ਕਰਨਾ ਕਿ ਇਸ ਦੇ ਵਿੱਚ ਘਪਲਾ ਹੋਇਆ। ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਜੋ ਵਾਈਸ ਚਾਂਸਲਰ ਦੇ ਬਿਹਾਫ ਤੇ ਸੈਕਟਰੀ ਟੂ ਵਾਈਸ ਚਾਂਸਲਰ ਦਾ ਜਵਾਬ ਆਇਆ, ਉਹਦੇ ਵਿੱਚ ਇਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹਦੇ ਵਿੱਚ ਕੋਈ ਸਕੈਮ, ਕੋਈ ਘਪਲਾ ਨਹੀਂ ਹੈ। ਉਹਦੇ ਵਿੱਚ ਲਿਖਿਆ ਹੈ ਕਿ ਚੀਫ ਵਿਜੀਲੈਂਸ ਆਫੀਸਰ ਆਫ ਪੰਜਾਬ ਯੂਨੀਵਰਸਿਟੀ, ਉਹਨਾਂ ਨੇ ਜੋ ਰਿਪੋਰਟ ਦਿੱਤੀ ਹੈ, ਇੱਕ ਇਸ ਤੇ ਸਪੈਸ਼ਲ ਕਮੇਟੀ ਬਣਾਈ ਗਈ, ਉਹਦੀ ਜੋ ਰਿਪੋਰਟ ਆਈ ਹੈ ਉਸ ਦੇ ਮੁਤਾਬਕ ਇਹਦੇ ਵਿੱਚ ਕੋਈ ਰੋਂਗ ਡੂਇੰਗ ਨਹੀਂ, ਕੋਈ ਮਿਸਟੇਕਸ ਨਹੀਂ। ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅਸੀਂ ਇਹਨਾਂ ਨੂੰ ਇੰਨੀਆਂ ਕੰਪਲੇਂਟਾਂ ਪਾਈਆਂ, ਇੰਨਾ ਕੁਝ ਕੀਤਾ, ਅੱਜ ਤੱਕ ਕਿਸੇ ਵੀ ਕਮੇਟੀ ਦੀ ਕੋਈ ਰਿਪੋਰਟ ਜਾਂ ਚੀਫ ਵਿਜੀਲੈਂਸ ਆਫੀਸਰ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ। ਜੇ ਵਾਕਈ ਇਹਨਾਂ ਨੇ ਇਨਕੁਆਇਰੀ ਕੀਤੀ ਹੈ ਤੇ ਵਾਕਈ ਚੀਫ ਵਿਜੀਲੈਂਸ ਆਫੀਸਰ ਜਾਂ ਕਿਸੇ ਨੇ ਇਹ ਸਾਬਤ ਕੀਤਾ ਕਿ ਇਹਦੇ ਵਿੱਚ ਕੋਈ ਘਪਲਾ ਘੁਟਾਲਾ ਨਹੀਂ ਹੈ, ਤਾਂ ਇਹ ਰਿਪੋਰਟ ਨੂੰ ਬਾਹਰ ਕਿਉਂ ਨਹੀਂ ਕਰਦੇ? ਇਹ ਸਾਨੂੰ ਰਿਪੋਰਟ ਦਿੰਦੇ ਕਿਉਂ ਨਹੀਂ? ਸਰ, ਲੇਕਿਨ ਡਾਕਟਰ ਸਾਹਿਬ, ਜੋ ਇਹਨਾਂ ਦਾ ਜਵਾਬ ਆਇਆ ਹੈ ਉਸ ਤੋਂ ਪਹਿਲਾਂ ਜਿਹੜੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਦਫ਼ਤਰੋਂ ਜਾਂ ਸਕੱਤਰੇਤ ਤੋਂ ਚਿੱਠੀ ਆਈ ਸੀ, ਜੋ ਕਿ ਚਾਂਸਲਰ ਆਫਿਸ ਵੀ ਤੁਸੀਂ ਕਹਿ ਸਕਦੇ ਹੋ ਹੈਗਾ ਹੈ, ਚਾਂਸਲਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ, ਉਹ ਚਿੱਠੀ ਦਾ ਜ਼ਿਕਰ ਵੀ ਇੱਕ ਵਾਰ ਜ਼ਰੂਰ ਕਰੀਏ ਵੀ ਉਸ ਚਿੱਠੀ ਦੇ ਵਿੱਚ ਉਹਨਾਂ ਵੱਲੋਂ ਇਹਨਾਂ ਨੂੰ ਹਦਾਇਤਾਂ ਕੀ ਦਿੱਤੀਆਂ ਗਈਆਂ ਸੀ। ਚਿੱਠੀ ਕੱਢੀ ਗਈ ਸੀ ਵਾਈਸ ਚਾਂਸਲਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ, ਕੀ ਹਦਾਇਤਾਂ ਦਿੱਤੀਆਂ ਗਈਆਂ ਸੀ? ਉਹਦੇ ਵਿੱਚ ਤਾਂ ਬੇਸਿਕਲੀ ਇਹਨਾਂ ਨੂੰ ਇਹ ਹਦਾਇਤ ਦਿੱਤੀ ਗਈ ਸੀ ਕਿ ਤੁਸੀਂ ਇਸ ਨੂੰ ਇਨਵੈਸਟੀਗੇਟ ਕਰਕੇ ਇਸ ਤੇ ਐਕਸ਼ਨ ਕਰੋ ਤੇ ਕਾਰਵਾਈ ਦੀ ਰਿਪੋਰਟ ਦਿਓ, ਐਕਸ਼ਨ ਟੇਕਨ ਰਿਪੋਰਟ। ਔਰ ਇਹਦੇ ਵਿੱਚ ਮਾਮਲਾ ਸਿੰਪਲ ਹੈ ਕਿ ਗਾਰਵਿਤ ਸ਼ਰਮਾ, ਜਿਸ ਦੇ ਮਦਰ ਇਸੇ ਯੂਨੀਵਰਸਿਟੀ ਪ੍ਰੋਫੈਸਰ ਨੇ, ਉਸ ਦੀ ਐਡਮਿਸ਼ਨ MBA ਦੇ ਵਿੱਚ ਬਿਨਾਂ ਐਲੀਜੀਬਿਲਟੀ ਤੋਂ ਹੋਈ ਹੈ। ਸੋ ਸਿੰਪਲ ਜਿਹਾ ਸਵਾਲ ਹੈ ਕਿ ਕੀ ਉਹ ਐਲੀਜੀਬਲ ਸੀ ਜਾਂ ਨਹੀਂ, ਇੰਨੀ ਕਾਰਵਾਈ ਕਰਨੀ ਹੈ। ਇਹ ਉਸ ਨੂੰ ਸਪਸ਼ਟ ਕਰਨ ਦੀ ਬਜਾਏ ਹੋਰਾਂ ਚੀਜ਼ਾਂ ਦਾ ਹਵਾਲਾ ਦਿੰਦੇ ਹੋਏ ਉਲਝਾਉਣ ਦੀ ਕੋਸ਼ਿਸ਼ ਕਰਦੇ ਨੇ। ਸਰ, ਲੇਕਿਨ ਜੋ ਇਹਨਾਂ ਨੇ ਜਵਾਬ ਦਿੱਤਾ ਹੈ, ਉਹਨਾਂ ਨੇ ਲਿਖਿਆ ਸੀ ਐਕਸ਼ਨ ਟੇਕਨ, ਜੋ ਵੀ ਤੁਸੀਂ ਲਿਆ ਐਕਸ਼ਨ ਉਹ ਦੱਸਿਆ ਜਾਵੇ। ਇਹਨਾਂ ਨੇ ਤਾਂ ਕੁਝ ਕਿਹਾ ਵੀ ਕੁਝ ਉਹਦੇ 'ਚ ਗਲਤ ਨਹੀਂ ਸੀ, ਰੋਂਗ ਡੂਇੰਗ ਕੁਝ ਨਹੀਂ ਸੀਗੀ ਤੇ NRI ਕੈਟਾਗਰੀ 'ਚ ਐਡਮਿਸ਼ਨ ਹੋਈ ਹੈ। ਇਹਨਾਂ ਨੂੰ ਪਹਿਲੀ ਗੱਲ ਤਾਂ ਇਹ ਹੈ ਕਿ ਐਕਸ਼ਨ ਟੇਕਨ ਰਿਪੋਰਟ ਦੀ ਜਦੋਂ ਗੱਲ ਕਰਦੇ ਆ, ਨੰਬਰ 1 ਤਾਂ ਇਹਨਾਂ ਨੂੰ ਚੀਫ ਵਿਜੀਲੈਂਸ ਆਫੀਸਰ ਦੀ ਰਿਪੋਰਟ ਸਾਨੂੰ ਦੇਣੀ ਚਾਹੀਦੀ ਸੀ, ਜਾਂ ਉਹ ਕਮੇਟੀ ਜਿਹਨੇ ਇਨਕੁਆਇਰੀ ਕੀਤੀ ਉਹਦੀ ਰਿਪੋਰਟ ਦੇਣੀ ਚਾਹੀਦੀ ਸੀ, ਜਾਂ ਜੇ ਦੋਨੇ ਹੀ ਰਿਪੋਰਟਾਂ ਓਰੀਜਨਲ ਕਾਪੀ ਜਾਂ ਉਹਦੀ ਫੋਟੋ ਕਾਪੀ ਨਹੀਂ ਵੀ ਦੇਣੀ ਸੀ ਤਾਂ ਘੱਟੋ ਘੱਟ ਐਕਸਪਲੇਨ ਕਰਦੇ ਕਿ ਉਹਨਾਂ ਰਿਪੋਰਟਾਂ ਦੇ ਆਧਾਰ ਤੇ ਕਿਵੇਂ ਇਹ ਕਹਿ ਰਹੇ ਨੇ ਕਿ ਹੇਰਾਫੇਰੀ ਨਹੀਂ ਹੋਈ। ਉਹਨਾਂ ਰਿਪੋਰਟਾਂ ਦੀਆਂ ਫਾਈਂਡਿੰਗਸ ਕੀ ਨੇ ਉਹ ਦੱਸ ਦਿੰਦੇ। ਇਹਨਾਂ ਨੇ ਕੁਝ ਵੀ ਨਹੀਂ ਕੀਤਾ। ਔਰ ਇਸ ਤੋਂ ਵੀ ਅੱਗੇ ਇਹਦੇ ਵਿੱਚ ਭੰਬਲ ਭੂਸਾ ਪਾਉਣ ਦੀ ਕੋਸ਼ਿਸ਼ ਉਦੋਂ ਕੀਤੀ ਗਈ ਜਦੋਂ ਇਹਦੇ ਵਿੱਚ ਮੈਂਸ਼ਨ ਕੀਤਾ ਕਿ NRI ਕੋਰਸ ਦੇ ਵਿੱਚ ਕੀਤੀ ਗਈ ਐਡਮਿਸ਼ਨ। ਅੱਛਾ, ਪਹਿਲਾਂ ਇਹ ਦੱਸੋ NRI ਦੇ
ਕੋਟੇ ਵਿੱਚ ਹੀ ਹੈ, NRI ਹੈੱਡ ਦੇ ਅੰਦਰ ਜਿਹੜੀ ਐਡਮਿਸ਼ਨ ਹੋਈ ਹੈ ਉਹ ਪੜ੍ਹ ਕੇ ਹਾਸਾ ਆਇਆ ਸੀ ਕਿ ਨਹੀਂ? ਹਾਸਾ ਇਸ ਕਰਕੇ ਆਇਆ ਸੀ ਕਿਉਂਕਿ NRI ਤੇ ਐਲੀਜੀਬਿਲਟੀ ਦੋ ਅਲੱਗ-ਅਲੱਗ ਚੀਜ਼ਾਂ ਨੇ। ਐਲੀਜੀਬਿਲਟੀ ਕੰਡੀਸ਼ਨਸ ਦਾ NRI ਕੋਟੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸੋ ਅਸੀਂ NRI ਸ਼ਬਦ ਦਾ ਸਪੋਰਟਸ ਕੋਟੇ ਜਾਂ ਕਿਸੇ ਵੀ ਚੀਜ਼ ਦਾ ਪ੍ਰਯੋਗ ਕਰਕੇ ਐਲੀਜੀਬਿਲਟੀ ਦੀ ਸੱਚਾਈ ਤੋਂ ਭੱਜ ਨਹੀਂ ਸਕਦੇ, ਇਸ ਚੀਜ਼ ਨੂੰ ਛੁਪਾ ਨਹੀਂ ਸਕਦੇ ਕਿ ਗਰਵਿਤ ਸ਼ਰਮਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣ ਲਈ MBA ਦੇ ਵਿੱਚ ਐਲੀਜੀਬਲ ਨਹੀਂ ਸੀ, ਕਿਸੇ ਵੀ ਪੱਖੋਂ ਐਲੀਜੀਬਲ ਨਹੀਂ ਸੀ। ਡਾਕਟਰ ਸਾਹਿਬ ਤੁਸੀਂ ਕਿਹਾ ਹੈ ਵੀ ਕਿਸੇ ਵੀ ਹਾਲਤ ਦੇ ਵਿੱਚ ਗਾਰਵਿਤ ਸ਼ਰਮਾ ਜੋ ਕਿ ਪ੍ਰੋਫੈਸਰ ਮੀਨਾ ਸ਼ਰਮਾ ਦਾ ਬੇਟਾ ਹੈ ਉਹ ਐਲੀਜੀਬਲ ਨਹੀਂ ਸੀ, ਐਲੀਜੀਬਿਲਟੀ ਨਹੀਂ ਬਣਦੀ ਸੀ। ਕੀ ਤੁਹਾਡੇ ਕੋਲ ਐਲੀਜੀਬਿਲਟੀ ਕ੍ਰਾਈਟੇਰੀਆ ਹੈ ਕਿ ਕਿਆ ਪਤਾ NRI ਕੋਟੇ ਵਿੱਚ ਬਣਦੀ ਹੋਵੇ? ਵੈਸੇ ਤਾਂ ਅਸੀਂ ਪਹਿਲਾਂ ਵੀ ਬਾਰ-ਬਾਰ ਜ਼ਿਕਰ ਕਰ ਚੁੱਕੇ ਹਾਂ, ਪਰ ਮੈਂ ਇੱਕ ਵਾਰੀ ਫੇਰ ਐਲੀਜੀਬਿਲਟੀ ਕ੍ਰਾਈਟੇਰੀਆ ਦੀ ਗੱਲ ਕਰਾਂਗਾ। ਇਹ ਪੰਜਾਬ ਯੂਨੀਵਰਸਿਟੀ ਦਾ ਹੈਂਡਬੁੱਕ ਆਫ ਇਨਫੋਰਮੇਸ਼ਨ ਹੈ, ਜਿਹਦੇ ਵਿੱਚ ਟਾਈਟਲ ਹੀ ਹੈ ਐਲੀਜੀਬਿਲਟੀ ਕੰਡੀਸ਼ਨਸ ਫਾਰ ਐਡਮਿਸ਼ਨ। ਉਹਦੇ ਵਿੱਚ ਕਲੀਅਰ ਕੱਟ ਦੋ ਕੰਡੀਸ਼ਨਸ ਦਿੱਤੀਆਂ ਹੋਈਆਂ ਨੇ, A ਤੇ B। A ਦੇ ਵਿੱਚ ਹੈ ਕੁਆਲੀਫਿਕੇਸ਼ਨ ਯਾਨੀ ਕਿ ਗ੍ਰੈਜੂਏਸ਼ਨ ਵਗੈਰਾ, ਜਿਹਦੇ ਆਧਾਰ ਤੇ MBA ਦੇ ਵਿੱਚ ਐਡਮਿਸ਼ਨ ਹੋਈ ਸੀ, ਤੇ B ਕੰਡੀਸ਼ਨ ਹੈ ਟੈਸਟ, ਐਂਟਰੈਂਸ ਟੈਸਟ। ਉਹਦੇ ਵਿੱਚ ਲਿਖਿਆ ਹੋਇਆ ਹੈ ਮਿਨੀਮਮ ਆਫ 10% ਸਕੋਰ, 5% in case of SC, ST, BC, physically persons with disability candidates in each component of the common admission test CAT 2020। ਇਹਦਾ ਮਤਲਬ ਇਹ ਹੈ ਕਿ ਜਿਹੜਾ CAT ਦਾ ਐਗਜ਼ਾਮ ਹੋਇਆ ਸੀ ਉਹਦੇ 3 ਕੰਪੋਨੈਂਟ ਹੈ, ਹਰ ਇੱਕ ਕੰਪੋਨੈਂਟ ਦੇ ਵਿੱਚ 10% ਹੋਣੇ ਜ਼ਰੂਰੀ ਸੀ ਜਨਰਲ ਕੈਟਾਗਰੀ ਲਈ। ਜਿਹੜੇ ਰਿਜ਼ਰਵ ਦੇ ਵਿੱਚ ਨੇ, ਜਿਹਦੇ ਵਿੱਚ ਇਹਨਾਂ ਨੇ 4 ਕੈਟਾਗਰੀ ਦਿੱਤੀਆਂ, SC, ST, OBC ਐਂਡ PWD। ਸੋ ਇਹ 4 ਕੈਟਾਗਰੀ ਰਿਜ਼ਰਵ ਦੇ ਵਿੱਚ ਹੈ, ਇਹਦੇ ਵਿੱਚ 10% ਤੋਂ ਛੋਟ ਸੀ ਤੇ 5% ਚਾਹੀਦੇ ਸੀ। ਤੁਸੀਂ ਕਿਤੇ ਮਿਸਟੇਕ ਕਰ ਰਹੇ ਹੋਵੋਗੇ, ਇਹਦੇ ਜਿਹੜੀ 5% ਵਾਲੀ ਕੈਟਾਗਰੀ ਹੈਗੀ ਉਹਦੇ 'ਚ NRI ਵੀ ਹੋਣਾ ਕਿਤੇ ਲੱਭੋ ਤੁਸੀਂ। ਇਹਦੇ ਵਿੱਚ ਕਿਤੇ ਵੀ, ਇਹ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਵੀ ਕਿਤੇ ਵੀ ਇਸ ਦੇ ਵਿੱਚ NRI ਦਾ ਜ਼ਿਕਰ ਨਹੀਂ। ਤੁਸੀਂ ਧਿਆਨ ਨਾਲ ਦੇਖੋ, ਹੋਣਾ ਹੈ ਉੱਥੇ NRI ਕਿਤੇ 5% ਵਾਲੇ ਕੋਟੇ 'ਚ ਹੋਣਾ ਹੈ। ਅਖੀਰ ਦੇ ਵਿੱਚ ਮੈਂ ਦੱਸਦਾ ਹਾਂ, ਇੰਪੋਰਟੈਂਟ ਨੋਟ ਵੀ ਲਿਖਿਆ ਹੋਇਆ ਇੱਕ, ਵੈਦਰ ਇਨ ਦਾ ਜਨਰਲ ਕੈਟਾਗਰੀ ਔਰ ਇਨ ਐਨੀ ਆਫ ਦਾ ਰਿਜ਼ਰਵਡ ਕੈਟਾਗਰੀਜ਼ ਏ ਕੈਂਡੀਡੇਟ ਮਸਟ ਫੁਲਫਿਲ ਬੋਥ ਦਾ ਕ੍ਰਾਈਟੇਰੀਆ ਗਿਵਨ ਇਨ A ਐਂਡ B ਅਬਵ। ਮਤਲਬ ਦੋ ਹੀ ਕੈਟਾਗਰੀਜ਼ ਨੇ, ਇੱਕ ਜਨਰਲ ਇੱਕ ਰਿਜ਼ਰਵ। ਜਨਰਲ ਦੇ ਵਿੱਚ 10% ਚਾਹੀਦੇ ਨੇ CAT ਦੇ ਵਿੱਚ ਹਰ ਇੱਕ ਕੰਪੋਨੈਂਟ ਦੇ ਵਿੱਚ, ਤੇ ਰਿਜ਼ਰਵ ਦੇ ਵਿੱਚ 5%। ਇਸ ਤੋਂ ਇਲਾਵਾ NRI ਜਾਂ ਕੋਈ ਕੈਟਾਗਰੀ ਨਹੀਂ ਹੈ। ਸੋ ਕਹਿਣ ਦਾ ਮਤਲਬ ਇਹ ਸੀ ਕਿ ਗਾਰਵਿਤ ਸ਼ਰਮਾ ਦੇ ਜਾਂ ਤਾਂ 10% ਮਾਰਕਸ ਚਾਹੀਦੇ ਸੀ ਹਰ ਕੰਪੋਨੈਂਟ ਦੇ ਵਿੱਚੋਂ ਐਡਮਿਸ਼ਨ ਦੇ ਲਈ ਐਲੀਜੀਬਲ ਹੋਣ ਲਈ, ਜਾਂ ਅਗਰ ਉਹ SC, ST, OBC, PWD ਕਿਸੇ ਵੀ ਰਿਜ਼ਰਵ ਕੈਟਾਗਰੀ ਨੂੰ ਬਿਲੋਂਗ ਕਰਦੇ ਹੁੰਦੇ ਤਾਂ ਉਹਨਾਂ ਨੂੰ 10% ਤੋਂ ਛੋਟ ਸੀ, 5% ਨਾਲ ਵੀ ਕੰਮ ਚੱਲ ਸਕਦਾ ਸੀ। ਇਹ ਗੱਲ ਯੂਨੀਵਰਸਿਟੀ ਨੂੰ ਪਤਾ ਹੈ? ਇਹ ਯੂਨੀਵਰਸਿਟੀ ਨੂੰ ਪਤਾ ਹੈ, ਪਰ ਯੂਨੀਵਰਸਿਟੀ ਇਹਦੇ ਵਿੱਚ ਜਨਰਲ ਕੈਟਾਗਰੀ ਦਾ ਰਿਜ਼ਰਵ ਦਾ ਜ਼ਿਕਰ ਪਾਉਣ ਦੀ ਬਜਾਏ NRI ਕੈਟਾਗਰੀ ਕਹਿ ਰਹੀ ਹੈ, ਜਦਕਿ NRI ਤਾਂ ਕੋਈ ਕੈਟਾਗਰੀ ਹੀ ਨਹੀਂ। NRI ਤਾਂ ਇੱਕ ਕੋਟਾ ਹੈ ਜਿਹੜਾ ਆਪਣੇ ਆਪ ਦੋਹਾਂ ਚੋਂ ਕਿਸੇ ਕੈਟਾਗਰੀ ਚ ਆਏਗਾ। ਮਤਲਬ NRI ਦਾ ਕੋਈ ਵੀ ਕੈਂਡੀਡੇਟ ਹੈ ਉਹਨੂੰ ਐਲੀਜੀਬਿਲਟੀ ਦੇ ਲਈ ਜਾਂ ਤਾਂ 10% ਸਕੋਰ ਚਾਹੀਦੇ ਨੇ ਜੋ ਜਨਰਲ ਕੈਟਾਗਰੀ 'ਚ ਨੇ, ਜਾਂ 5% ਚਾਹੀਦੇ ਨੇ ਜੇ ਉਹ ਕਿਸੇ ਰਿਜ਼ਰਵ ਕੈਟਾਗਰੀ 'ਚ SC, ST, OBC ਵਗੈਰਾ। ਸੋ ਗਾਰਵਿਤ ਸ਼ਰਮਾ ਕੀ SC, ST, OBC ਜਾਂ ਪਰਸਨ ਵਿਦ ਡਿਸੇਬਿਲਿਟੀ ਹੈਂਡੀਕੈਪ ਕਿਸੇ ਵੀ ਕੈਟਾਗਰੀ 'ਚ ਆਉਂਦੇ ਨੇ ਤਾਂ ਮੰਨਿਆ ਜਾ ਸਕਦਾ ਕਿ ਉਹਨਾਂ ਨੂੰ 10% ਦੀ ਜ਼ਰੂਰਤ ਨਹੀਂ ਸੀ। ਨਹੀਂ ਸਰ, ਉਹ ਤਾਂ ਸ਼ਰਮਾ ਨੇ ਨਾ ਸਰ, ਨਾਲੇ ਠੀਕ ਨੇ ਬਿਲਕੁਲ, ਐਸਾ ਕੁਝ ਹੈ ਨਹੀਂ ਉਹਨਾਂ ਨੂੰ, ਕੋਈ ਡਿਸੇਬਿਲਿਟੀ ਵੀ ਨਹੀਂ ਹੈਗੀ ਹੈ, ਰੱਬ ਕਰੇ ਵੀ ਨਾ ਠੀਕ ਠਾਕ ਰਹਿਣ, ਤੰਦਰੁਸਤ ਰਹਿਣ, ਤੇ ਉਹ ਤਾਂ ਸ਼ਰਮਾ ਨੇ ਜੀ, ਬ੍ਰਾਹਮਣ ਨੇ ਉਹ ਤਾਂ। ਹਾਂਜੀ, ਜਨਰਲ ਕੈਟਾਗਰੀ ਆਉਂਦੀ ਹੈ ਜੀ। ਫਿਰ ਇਹੀ ਤਾਂ ਚੀਜ਼ ਹੈ ਕਿ ਜਦੋਂ ਉਹਦੀ ਜਨਰਲ ਕੈਟਾਗਰੀ ਆਉਂਦੀ ਹੈ ਤਾਂ ਫਿਰ ਇਹ ਇਸ ਚੀਜ਼ ਨੂੰ ਮੰਨਣ ਤੋਂ ਤਿਆਰ ਕਿਉਂ ਨਹੀਂ? ਨਹੀਂ, SVC ਸਾਹਿਬ ਨੂੰ ਜਾਂ SVC ਸਾਹਿਬ ਜਿਹੜੀ CVO ਦੀ ਰਿਪੋਰਟ ਦਾ ਹਵਾਲਾ ਦੇ ਰਹੇ ਨੇ, ਕਮੇਟੀ ਦੀ ਰਿਪੋਰਟ ਦਾ ਹਵਾਲਾ ਦੇ ਰਹੇ ਨੇ, ਜਿਹੜੇ SVC ਸਾਹਿਬ ਨੇ, ਕਿ ਉਹ ਮੈਂ ਵੈਸੇ ਕੁਐਸਚਨ ਕਰਨਾ ਨਹੀਂ ਚਾਹੁੰਦਾ, ਪਰ ਉਹ ਪੜ੍ਹੇ ਲਿਖੇ ਤਾਂ ਹੋਣਗੇ ਨਾ, ਇੰਨਾ ਕੁ ਤਾਂ ਪੜ੍ਹਦੇ ਹੋਣਗੇ ਉਹ ਨੋਟਿਸ ਵੀ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੈਗਾ, ਕਿਉਂਕਿ ਇਸ ਦਾ ਜਵਾਬ SVC ਸਾਹਿਬ ਦੇ ਰਹੇ ਨੇ। VC ਦੇ ਬਿਹਾਫ ਤੇ ਦੇ ਰਹੇ ਨੇ ਉਹ, ਕਿਉਂਕਿ ਸਾਡੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਤੋਂ ਚਿੱਠੀ ਵੀ ਆਈ ਹੈ ਨਾ ਸਾਡੀ ਕੰਪਲੇਂਟ ਦੇ ਬਾਬਤ, ਉਹ ਵਾਈਸ ਚਾਂਸਲਰ ਨੂੰ ਆਈ ਹੈ, SVC ਨੂੰ ਨਹੀਂ ਆਈ। ਇਸ ਕਰਕੇ ਵਾਈਸ ਚਾਂਸਲਰ ਜਾਂ ਯੂਨੀਵਰਸਿਟੀ ਦੇ SVC ਦੋਨਾਂ ਨੂੰ ਫੋਨ ਕਰਕੇ ਪੁੱਛਿਆ ਜਾਣਾ ਚਾਹੀਦਾ ਹੈ ਕਿ ਨੰਬਰ 1 ਤਾਂ ਉਹ ਰਿਪੋਰਟ ਓਪਨ ਕਿਉਂ ਨਹੀਂ ਕਰ ਰਹੇ, ਦੂਸਰਾ ਜੇ ਉਸ ਰਿਪੋਰਟ ਦੇ ਆਧਾਰ ਤੇ ਕੋਈ ਸਕੈਮ ਨਹੀਂ ਹੋਇਆ, ਕੋਈ ਰਾਉਂਡ ਡੂਇੰਗ ਨਹੀਂ ਹੈ ਤਾਂ ਐਕਸਪਲੇਨ ਕਿਉਂ ਨਹੀਂ ਕਰਦੇ ਕਿ ਕਿਵੇਂ ਨਹੀਂ ਹੈ, ਤੇ ਤੀਸਰਾ ਉਹ NRI ਕੋਟਾ NRI ਕੈਟਾਗਰੀ ਕਹਿ ਕੇ ਕੀ ਕਹਿਣਾ ਚਾਹੁੰਦੇ ਨੇ ਕਿ ਕੀ NRI ਕੈਟਾਗਰੀ ਨੂੰ 10% ਤੋਂ ਛੋਟ ਸੀ। ਇਹ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਜਾਣਾ ਚਾਹੀਦਾ ਹੈ। ਵੈਸੇ ਤਾਂ ਜਿਵੇਂ ਸਿੰਗਲਾ ਸਾਹਿਬ ਨੇ ਕਿਹਾ ਫੋਨ ਕਰਕੇ ਪੁੱਛਿਆ ਜਾਣਾ ਚਾਹੀਦਾ ਹੈ। ਅਸੀਂ ਪ੍ਰੋਫੈਸਰ ਕ੍ਰਿਸ਼ਨ ਕੁਮਾਰ ਸਲੂਜਾ ਜੀ ਜੋ SVC ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ, ਇਹਨਾਂ ਨੂੰ ਅਸੀਂ ਪਹਿਲਾਂ ਹੀ 20 ਫੋਨ ਕਰ ਚੁੱਕੇ ਹਾਂ, ਜਿਹਦੇ ਵਿੱਚੋਂ 13ਵਾਂ ਨੰਬਰ ਫੋਨ ਇਹਨਾਂ ਨੇ ਚੁੱਕਿਆ ਸੀ ਤੇ ਕਿਹਾ ਸੀ ਮੈਂ ਥੋੜੀ ਦੇਰ ਨੂੰ ਕਰਦਾ ਹਾਂ। ਤੇ ਇਹ ਜਿਹੜੇ ਫੋਨ ਕੀਤੇ ਹੋਏ ਨੂੰ ਵੀ ਜਿਹੜੀ ਸਾਡੀ ਗੱਲ ਹੋਈ ਸੀ ਵੀ ਮੈਂ ਫੋਨ ਕਰਦਾ ਹਾਂ, ਉਹ ਗੱਲ ਹੈਗੀ ਹੈ 15 ਜੂਨ 2023 ਦੀ,
ਸ਼ਾਮ 4:44 ਤੇ ਅੱਜ ਤੱਕ ਕਿੰਨੇ ਦਿਨ ਬੀਤ ਚੁੱਕੇ ਨੇ ਪਰ ਐਸਵੀਸੀ ਸਾਹਿਬ ਦਾ ਯਾਨੀ ਕਿ ਪ੍ਰੋਫੈਸਰ ਕ੍ਰਿਸ਼ਨ ਕੁਮਾਰ ਸਾਲੂਜਾ ਜੀ ਦਾ ਕੋਈ ਫੋਨ ਨਹੀਂ ਆਇਆ। ਉਸ ਤੋਂ ਬਾਅਦ ਫਿਰ ਅਸੀਂ ਫੋਨ ਕੀਤੇ, ਕੁੱਲ ਮਿਲਾ ਕੇ 20 ਫੋਨ ਕੀਤੇ ਨੇ ਅਸੀਂ, ਪਰ ਉਹਨਾਂ ਨੇ, ਮੈਂ ਹੁਣ ਕੀ ਕਹਾਂ, ਬਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪੀਆਂ ਹੋਈਆਂ ਨੇ ਜਾਂ ਜਵਾਬ ਲੱਭ ਰਹੇ ਹੋਣਗੇ ਕਿਤਾਬਾਂ ਦੇ ਵਿੱਚ ਮੀਟਿੰਗਾਂ ਕਰਕੇ ਵੀ ਬੋਲੀਏ ਤੇ ਬੋਲੀਏ ਕੀ, ਫੋਨ ਨਹੀਂ ਚੱਕਿਆ। ਪਰ ਤੁਹਾਡੇ ਲਈ, ਸਿਰਫ ਲੋਕਾਂ ਦੇ ਲਈ ਤੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਜੋ ਕਿ ਚਾਂਸਲਰ ਨੇ ਪੰਜਾਬ ਯੂਨੀਵਰਸਿਟੀ ਦੇ, ਉਹਨਾਂ ਨੂੰ ਦੱਸਣ ਦੇ ਲਈ ਕਿ ਦੇਖੋ ਜੀ ਇਹਨਾਂ ਦਾ ਹਾਲ ਕੀ ਹੈ। ਫਿਰ ਦੁਬਾਰਾ ਫੋਨ ਕਰਦੇ ਹਾਂ ਤੇ ਤੁਸੀਂ ਦੇਖਿਓ ਫੋਨ ਚੁੱਕਦੇ ਨੇ ਕਿ ਨਹੀਂ ਚੁੱਕਦੇ। ਸਰ, ਇਹਨਾਂ ਨੂੰ ਫੰਡ ਮਿਲਦਾ ਜੀ ਮੋਬਾਈਲ ਦਾ? ਹਾਂਜੀ, ਇਹਨਾਂ ਨੂੰ ਮੋਬਾਈਲ ਅਲਾਉਂਸ ਮਿਲਦਾ ਹੈ। ਜਿਹੜੇ ਉੱਚ ਅਧਿਕਾਰੀ ਨੇ ਜਿਵੇਂ ਯੂਨੀਵਰਸਿਟੀ ਦੇ ਰਜਿਸਟਰਾਰ, ਵਾਈਸ ਚਾਂਸਲਰ, ਇਹਨਾਂ ਨੂੰ ਤਾਂ ਮੋਬਾਈਲ ਵੀ ਮਿਲਦਾ ਹੈ, ਲੇਕਿਨ ਜਿਹੜਾ ਮੋਬਾਈਲ ਅਲਾਉਂਸ ਹੈ ਉਹ ਬਕਾਇਦਾ ਇਹਨਾਂ ਨੂੰ ਮਿਲਦਾ ਹੈ। ਮਤਲਬ ਕਿ ਜੇ ਅਸੀਂ ਮੋਬਾਈਲ ਨੰਬਰ ਦੱਸੀਏ ਤਾਂ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਮੋਬਾਈਲ ਨੰਬਰ ਇਹਨਾਂ ਦਾ 8288012014 ਐਸਵੀਸੀ ਨੇ, ਕਿਉਂਕਿ ਪਬਲਿਕ ਪੋਸਟ ਹੈ, ਬੱਚਿਆਂ ਨੂੰ ਵੀ ਲੋੜ ਪੈ ਸਕਦੀ ਹੈ, ਤਾਂ ਇਹ ਉਹਨਾਂ ਦਾ ਨੰਬਰ ਹੈਗਾ। ਬੈਲ ਜਾਰੀ ਹੈ, ਉਹਨਾਂ ਕੋਲ ਨੰਬਰ ਮੇਰਾ ਸੇਵ ਹੋ ਸਕਦਾ ਹੈ, ਇਸ ਕਰਕੇ ਫੋਨ 21ਵਾਂ ਫੋਨ ਹੈ ਜੀ ਇਹ। ਇਸ ਤੋਂ ਪਹਿਲਾਂ ਅਸੀਂ ਇਹ ਪਹਿਲੀ ਵਾਰ ਨਹੀਂ ਬੋਲੀ, ਇਹ ਭੈਣ ਜੀ ਪਹਿਲਾਂ 20 ਵਾਰ ਵੀ ਇਹੀ ਬੋਲ ਚੁੱਕੇ ਨੇ, ਦਿਸ ਪਰਸਨ ਇਜ਼ ਨਾਟ ਆਨਸਰਿੰਗ। ਤੇ ਅਸੀਂ ਵੀਸੀ ਮੈਡਮ ਨੂੰ ਵੀ ਇੱਕ ਵਾਰ ਫੋਨ ਕਰੀਏ। ਹਾਂਜੀ, ਉਹਨਾਂ ਨੂੰ ਵੀ ਫੋਨ ਕਰਕੇ ਪੁੱਛਣਾ ਚਾਹੀਦਾ, ਕਿਉਂਕਿ ਆਫਟਰ ਆਲ ਜ਼ਿੰਮੇਵਾਰੀ ਤਾਂ ਉਹਨਾਂ ਦੀ ਹੀ ਬਣਦੀ ਹੈ। ਅਦਰਵਾਈਜ਼ ਅਸੀਂ ਤੁਹਾਡੀ ਜਾਣਕਾਰੀ ਲਈ ਦੱਸੀ, ਅਸੀਂ ਈਮੇਲ ਵੀ ਪਹਿਲਾਂ ਪਾਈ ਹੋਈ ਹੈ। ਇਹ ਤੁਹਾਡੇ ਸਾਹਮਣੇ ਸਿਰਫ ਅਸੀਂ ਇੱਕ ਫੋਨ ਇਸ ਕਰਕੇ ਕਰ ਰਹੇ ਹਾਂ ਵੀ ਤੁਹਾਨੂੰ ਵੀ ਪਤਾ ਲੱਗੇ ਬਈ ਪੰਜਾਬ ਯੂਨੀਵਰਸਿਟੀ ਵਾਲੇ ਕੀ ਕਰ ਰਹੇ ਨੇ। ਪ੍ਰੋਫੈਸਰ ਰੇਨੂ ਵਿਗ ਜੀ ਨੇ, ਜੋ ਕਿ ਵਾਈਸ ਚਾਂਸਲਰ ਨੇ ਇਸ ਵੇਲੇ ਮੌਜੂਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਚਿੱਠੀ ਵਾਈਸ ਪ੍ਰੈਜ਼ੀਡੈਂਟ ਆਫਿਸ ਤੋਂ, ਸਕੱਤਰੇਤ ਤੋਂ, ਚਾਂਸਲਰ ਆਫਿਸ ਤੋਂ ਇਹਨਾਂ ਦੇ ਲਈ ਹੀ ਆਈ ਸੀ, ਜਿਸ ਦਾ ਜਵਾਬ ਐਸਵੀਸੀ ਨੇ ਦਿੱਤਾ ਸੀ। कोई जवाब नहीं। आप जिस व्यक्ति को कॉल कर रहे हैं वह उत्तर नहीं दे रहा है। नहीं दे रहा है। और मनु लगता है कभी जिंदगी दूंगा भी नहीं, ਦੇਣਗੇ ਵੀ ਨਹੀਂ, ਕਿਉਂਕਿ ਇਹਨਾਂ ਕੋਲ ਜਵਾਬ ਹੈ ਹੀ ਨਹੀਂ। ਇਹਨਾਂ ਨੂੰ ਪਤਾ ਹੈ ਕਿ ਇਸ ਦੇ ਵਿੱਚ ਘਪਲਾ ਹੋਇਆ ਔਰ ਬੜਾ ਸਿੰਪਲ ਹੈ, ਜਿਸ ਨੂੰ ਕੋਈ ਵੀ ਸਮਝ ਸਕਦਾ ਹੈ। ਸਿਰਫ ਫੋਨ ਤਾਂ ਇਹਨਾਂ ਨੇ ਚੱਕੇ ਨਹੀਂ, 7 ਫੋਨ ਤਕਰੀਬਨ ਵਾਈਸ ਚਾਂਸਲਰ ਸਾਹਿਬ ਨੂੰ ਕਰ ਚੁੱਕੇ ਹਾਂ ਤੇ 21 ਫੋਨ ਸੈਕਟਰੀ ਟੂ ਵਾਈਸ ਚਾਂਸਲਰ ਨੂੰ ਕਰ ਚੁੱਕੇ ਹਾਂ। ਮੇਲ ਅਲੱਗ ਤੋਂ ਕੀਤੀ ਹੋਈ ਹੈ, ਮੈਸੇਜ ਅਲੱਗ ਤੋਂ ਕੀਤੇ ਹੋਏ ਨੇ। ਮੈਸੇਜ ਸੀਨ ਨੇ, ਸਕਰੀਨਸ਼ਾਟ ਤੁਹਾਡੇ ਸਕਰੀਨ ਤੇ ਹੋਣਗੇ। ਮੈਸੇਜ ਜੋ ਨੇ ਉਹ ਸੀਨ ਨੇ, ਪਰ ਦੇਖ ਕੇ ਪੜ੍ਹ ਕੇ ਵੀ ਜਵਾਬ ਨਹੀਂ ਆਇਆ। ਇੰਨੇ ਕੁ ਢੀਠ ਇਹ ਬਣ ਚੁੱਕੇ ਨੇ। ਸਿਰਫ ਇੱਕ MBA ਐਡਮਿਸ਼ਨ ਸਕੈਮ, ਯਾਨੀ ਕਿ ਪ੍ਰੋਫੈਸਰ ਮੀਨਾ ਸ਼ਰਮਾ ਦੇ ਬੇਟੇ ਗਰਵਿਤ ਸ਼ਰਮਾ ਦੀ ਹੋਈ ਜਾਲੀ ਐਡਮਿਸ਼ਨ ਨੂੰ ਲੁਕਾਉਣ ਦੇ ਲਈ, ਛੁਪਾਉਣ ਦੇ ਲਈ, ਸੱਚ ਨੂੰ ਦੱਬਣ ਦੇ ਲਈ। ਸਰ, NRI ਕੋਟੇ ਦੀ ਇਹਨਾਂ ਨੇ ਗੱਲ ਕੀਤੀ ਹੈ, ਤੁਸੀਂ ਸਕੋਰ ਕਾਰਡ ਨੂੰ ਥੋੜ੍ਹਾ ਜਿਹਾ ਸਮਝਾ ਸਕਦੇ ਹੋ ਦਰਸ਼ਕਾਂ ਦੇ ਲਈ? ਸਕੋਰ ਕਾਰਡ ਤਾਂ ਬਿਲਕੁਲ ਸਿੰਪਲ ਹੈ। ਸਕੋਰ ਕਾਰਡ ਦੇ ਵਿੱਚ 3 ਕੰਪੋਨੈਂਟ ਨੇ, ਜਿਹਦੇ 'ਚ ਮਾਰਕਸ ਦਿੱਤੇ ਨੇ। ਤਿੰਨਾਂ ਦੇ ਵਿੱਚੋਂ 10% ਮਾਰਕਸ ਹੋਣੇ ਜ਼ਰੂਰੀ ਸੀ। ਅਸੀਂ ਇੱਥੇ ਗੱਲ ਕਰਦੇ ਹਾਂ ਸਿਰਫ ਪਹਿਲੇ ਕੰਪੋਨੈਂਟ VARC ਦੀ, ਜਿਹਦੇ ਵਿੱਚ ਗਰਵਿਤ ਸ਼ਰਮਾ ਦੇ 7.43 ਮਾਰਕਸ ਨੇ 78 ਚੋਂ। ਜਦੋਂ ਅਸੀਂ ਇਸ ਨੂੰ ਕੈਲਕੂਲੇਟ ਕਰਦੇ ਹਾਂ ਤਾਂ 9.53 ਬਣਦੇ ਨੇ ਤੇ 10 ਚਾਹੀਦੇ ਨੇ, ਇਸ ਕਰਕੇ ਉਹ ਐਲੀਜੀਬਲ ਨਹੀਂ ਹੈ। 9.53% ਬਣਦੇ ਨੇ, 9.53% ਬਣਦੇ ਨੇ 78 ਚੋਂ 7.43। ਪਹਿਲਾਂ ਤਾਂ ਅਸੀਂ ਇਹਨਾਂ ਨੂੰ ਬਾਰ-ਬਾਰ ਪੁੱਛਦੇ ਰਹੇ ਕਿ 7.43 ਜਿਹੜਾ ਕਿ 9.53 ਬਣਦਾ ਹੈ, ਇਹਨੂੰ 10 ਕਿਹਨੇ ਬਣਾਇਆ? ਉਹ ਕਿਹੜੇ ਸ਼ਖਸ ਨੇ ਯੂਨੀਵਰਸਿਟੀ ਦੇ ਜਿਹੜੇ ਮੈਥਮੈਟਿਕਸ ਦੇ ਵਿੱਚ ਇੰਨੇ ਵਿਦਵਾਨ ਨੇ, ਇੰਨੇ ਮਹਾਨ ਨੇ, ਜਿਨ੍ਹਾਂ ਨੇ 9.53 ਦਾ 10 ਬਣਾਇਆ? ਇਹ ਨਾ ਹੀ ਨਹੀਂ ਦੱਸ ਰਹੇ ਸੀ। ਲੰਬੀਆਂ ਕਹਾਣੀਆਂ ਪਾਈਆਂ ਗਈਆਂ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਪਾਇੰਟ ਕਰਦੇ ਨੇ, ਉਹ ਚੈੱਕ ਕਰਦੇ ਨੇ ਵਗੈਰਾ ਵਗੈਰਾ। ਲੇਕਿਨ ਜੋ ਆਪਣੇ ਸੂਤਰਾਂ ਤੋਂ ਮੈਨੂੰ ਪਤਾ ਲੱਗਿਆ, ਉਹ UIT ਦੇ ਇੱਕ ਪ੍ਰੋਫੈਸਰ ਨੇ, ਪ੍ਰੋਫੈਸਰ ਹਰੀਸ਼ ਕੁਮਾਰ, ਜਿਨ੍ਹਾਂ ਨੇ ਐਲੀਜੀਬਿਲਟੀ ਚੈੱਕ ਕੀਤੀ, ਜਿਨ੍ਹਾਂ ਨੇ ਫੋਨ ਵੀ ਨਹੀਂ ਚੱਕਿਆ ਸੀ ਸਾਡਾ, ਜਿਨ੍ਹਾਂ ਨੇ ਫੋਨ ਵੀ ਨਹੀਂ ਚੱਕਿਆ ਸੀ। ਤਾਂ ਜਦੋਂ ਮੈਂ ਉਹਨਾਂ ਦੁਆਰਾ ਤਿਆਰ ਕੀਤਾ ਗਿਆ ਉਹ ਕਾਰਡ ਦੇਖਿਆ ਤਾਂ ਉਹਦੇ ਵਿੱਚ ਕਿੰਨੇ ਹਾਸੋਹੀਣੇ ਤਰੀਕੇ ਦੇ ਨਾਲ 9.53 ਦਾ 10 ਬਣਾਇਆ ਗਿਆ। ਉਹਦੇ ਵਿੱਚ ਲਿਖਿਆ ਹੋਇਆ ਹੈ ਕਿ 7.43 ਬਟਾ 78 ਇੰਟੂ 100 ਇਹ ਬਣ ਗਿਆ ਮਤਲਬ 9.53। ਹੁਣ 9.53 10 ਤੋਂ ਘੱਟ ਨੇ, ਇਹਨੂੰ 10 ਤੋਂ ਉੱਪਰ ਸ਼ੋਅ ਕਰਨ ਲਈ ਨੀਚੇ ਲਿਖਿਆ ਹੈ ਕਿ 78 ਦੇ ਵਿੱਚੋਂ 10% ਯਾਨੀ ਕਿ 7.8 ਚਾਹੀਦੇ ਸੀ, ਪਰ ਕਿਉਂਕਿ ਗਰਵਿਤ ਸ਼ਰਮਾ ਦੇ 9.53 ਨੇ, 7.8 ਤੋਂ ਉੱਪਰ ਨੇ, ਇਸ ਕਰਕੇ 10% ਬਣ ਗਏ। ਹੁਣ ਕੋਈ ਅਨਪੜ੍ਹ ਵਿਅਕਤੀ ਵੀ ਦੇਖ ਸਕਦਾ ਹੈ ਕਿ ਪੜ੍ਹੇ ਲਿਖੇ ਲੋਕ ਅਕੈਡਮਿਕ ਸਿਸਟਮ ਦੇ ਨਾਲ ਕਿਵੇਂ ਖਿਲਵਾੜ ਕਰ ਰਹੇ ਨੇ। ਸਰ, ਉਹ ਤਾਂ ਠੀਕ ਹੈ। ਵੈਸੇ ਇੱਕ ਲੋਕਾਂ ਲਈ ਵੀ ਸਵਾਲ ਹੈ,
ਵੀ 78 ਦਾ 10% ਕਿੰਨਾ ਹੁੰਦਾ ਹੈ, ਜਾਂ ਫਿਰ ਦੂਜੇ ਲਫ਼ਜ਼ਾਂ ਦੇ ਵਿੱਚ ਕਹੀਏ ਬਈ 7.43 ਨੰਬਰ ਆਏ ਨੇ 78 ਦੇ ਵਿੱਚੋਂ, 78 ਦੇ ਵਿੱਚੋਂ 7.43 ਨੰਬਰ ਆਏ ਨੇ, ਤੇ ਕਿੰਨੇ ਪਰਸੈਂਟ ਬਣਿਆ? ਸਾਡੇ ਮੁਤਾਬਕ 9.53% ਬਣਿਆ ਹੈ ਜੀ, ਪਰ ਤੁਹਾਡੇ ਮੁਤਾਬਕ ਕੀ ਬਣਿਆ ਹੈ ਜ਼ਰੂਰ ਦੱਸਿਓ, ਕਿਉਂਕਿ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਦੇ ਮੁਤਾਬਕ ਇਹ 10% ਤੋਂ ਵੀ ਜ਼ਿਆਦਾ ਬਣਿਆ ਹੈ, ਜਿਸ ਦੇ ਹਿਸਾਬ ਦੇ ਨਾਲ, ਜਿਸ ਕਰਕੇ ਪ੍ਰੋਫੈਸਰ ਮੀਨਾ ਸ਼ਰਮਾ ਦੇ ਬੇਟੇ ਗਰਵਿਤ ਸ਼ਰਮਾ ਨੂੰ ਐਡਮਿਸ਼ਨ ਦੇ ਦਿੱਤੀ ਗਈ। ਹੁਣ ਕੀ ऐसे प्रोफेसर ਨੂੰ नोबल प्राइज़ मिलना चाहिए या फिर नहीं? कमेंट करके ज़रूर दसियो सर। लेकिन चाहे वाइस चांसलर होन, चाहे SVC होन, चाहे UBS ਦੇ ਚੇਅਰਪਰਸਨ ਹੋਣ, ਚਾਹੇ DUI ਹੋਣ, ਹਰ ਇੱਕ ਦੀ ਕੀ ਜ਼ਿੰਮੇਵਾਰੀ ਬਣਦੀ ਸੀ, ਕੌਣ ਕਿੰਨਾ ਇਸ ਦੇ ਵਿੱਚ ਗਿਲਟੀ ਹੈ? ਵੈਸੇ ਤਾਂ ਇਹਦੇ ਵਿੱਚ ਕਾਫੀ ਲੋਕ ਨੇ ਜੋ ਗਿਲਟੀ ਨੇ, ਪਰ ਦੋ ਜੇ ਅਸੀਂ ਉੱਪਰ ਤੋਂ ਨੀਚੇ ਵੱਲ ਨੂੰ ਜਾਈਏ ਤਾਂ ਸਭ ਤੋਂ ਪਹਿਲਾਂ ਤਾਂ ਵਾਈਸ ਚਾਂਸਲਰ ਨੇ। ਪੰਜਾਬ ਯੂਨੀਵਰਸਿਟੀ ਕੈਲੰਡਰ ਦੇ ਮੁਤਾਬਕ ਵਾਈਸ ਚਾਂਸਲਰ ਨੂੰ ਯੂਨੀਵਰਸਿਟੀ ਦੇ ਰੂਲ ਐਂਡ ਰੈਗੂਲੇਸ਼ਨ ਦਾ ਕਸਟੋਡੀਅਨ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਉਹ ਯੂਨੀਵਰਸਿਟੀ ਦੇ ਚੀਫ ਐਕੈਡੈਮਿਕ ਐਂਡ ਐਗਜ਼ੀਕਿਊਟਿਵ ਆਫੀਸਰ ਨੇ, ਤੇ ਇੱਕ ਐਕੈਡੈਮਿਕ ਦੇ ਵਿੱਚ ਫਰਾਡ ਹੋਇਆ ਹੋਵੇ ਤੇ ਇਹ ਮੇਨ ਐਕੈਡੈਮਿਕ ਆਫੀਸਰ ਨੇ, ਤਾਂ ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ ਇੰਨੇ ਦੀ ਸੀ। ਉਦੋਂ ਰਾਜਕੁਮਾਰ ਜੀ ਹੁੰਦੇ ਸੀ। ਹਾਂ, ਪ੍ਰੋਫੈਸਰ ਰਾਜਕੁਮਾਰ ਜੀ ਹੁੰਦੇ ਸੀ। ਰਾਜਕੁਮਾਰ ਜੀ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਤਹਿਤ ਹੀ ਉਹਨਾਂ ਕੋਲੋਂ ਇਸਤੀਫਾ ਲੈ ਕੇ ਬਾਹਰ ਭੇਜਿਆ ਗਿਆ। ਔਰ ਬਾਕੀ ਭ੍ਰਿਸ਼ਟਾਚਾਰ ਦੇ ਵਿੱਚ ਉਹਨਾਂ ਦਾ ਕੀ ਯੋਗਦਾਨ ਸੀ ਜਾਂ ਨਹੀਂ ਸੀ, ਉਹਨਾਂ ਨੂੰ ਪਤਾ ਸੀ ਜਾਂ ਨਹੀਂ ਸੀ, ਇਹ ਤਾਂ ਨਹੀਂ ਮੈਂ ਕਹਿ ਸਕਦਾ, ਪਰ ਘੱਟੋ ਘੱਟ MBA ਸਕੈਮ ਇੱਕ ਅਜਿਹਾ ਸਕੈਮ ਸੀ ਜਿਹਦੇ ਵਿੱਚ ਮੇਰੇ ਵੱਲੋਂ ਤੇ ਬੋਰਡ ਆਫ ਕੰਟਰੋਲ UBS ਵੱਲੋਂ ਕਾਫੀ ਕੰਪਲੇਂਟਾਂ ਪਾਈਆਂ ਗਈਆਂ ਕਿ MBA ਦੇ ਵਿੱਚ ਸਕੈਮ ਹੋਇਆ ਤੇ ਤੁਸੀਂ ਇਸ ਦੀ ਇਨਕੁਆਇਰੀ ਕਰੋ, ਤੇ ਉਹਨਾਂ ਨੇ ਨਹੀਂ ਕੀਤੀ। ਮੰਨਿਆ ਕਿ ਸਾਡੇ ਕੋਲ ਕੋਈ ਵੀ ਸਬੂਤ ਨਹੀਂ ਕਿ ਪ੍ਰੋਫੈਸਰ ਰਾਜਕੁਮਾਰ ਦਾ ਇਸ ਸਕੈਮ ਦੇ ਵਿੱਚ ਸਿੱਧੇ ਤੌਰ ਤੇ ਕੋਈ ਹੱਥ ਸੀ। ਸਰ ਰਾਜਕੁਮਾਰ ਸਾਹਿਬ ਨੂੰ ਤਾਂ ਅਸੀਂ ਖੁਦ ਫੋਨ ਕੀਤੇ ਹੈ, ਤੁਹਾਨੂੰ ਯਾਦ ਹੋਣਾ ਹੈ, ਅਸੀਂ ਫੋਨ ਕੀਤੇ, ਉਹਨਾਂ ਨੇ ਨਾਮ ਸੁਣ ਕੇ ਫੋਨ ਕੱਟਤਾ, ਦੁਬਾਰਾ ਉਹਨਾਂ ਨੇ ਕੁਝ ਨਹੀਂ ਕੀਤਾ। ਉਹਨਾਂ ਦੇ SVC ਦਾ ਫੋਨ ਆਇਆ ਸੀ, ਕਸ਼ਮੀਰ ਸਿੰਘ ਜੀ ਦਾ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ, ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋਈ, ਪਰ ਉਹਨਾਂ ਨੇ ਮੰਨਿਆ ਨਹੀਂ। ਅੱਛਾ, ਜੇ ਉਹਨਾਂ ਕੋਲੋਂ ਅਸਤੀਫਾ ਲੈ ਲਿਆ, ਉਹਨਾਂ ਦੇ ਕਾਰਜਕਾਲ 'ਚ ਇਹ ਹੋਇਆ ਸੀ, ਉਹਨਾਂ ਨੂੰ ਸਭ ਕੁਝ ਪਤਾ ਸੀ, ਉਹਨਾਂ ਦੀ ਅਕਾਊਂਟੇਬਿਲਟੀ ਵੀ ਬਣਦੀ ਹੈ, ਪਰ ਜਿਹੜੇ ਹੁਣ ਬੈਠੇ ਨੇ ਕੁਰਸੀ ਤੇ ਉਹਨਾਂ ਨੂੰ ਸਭ ਕੁਝ ਪਤਾ ਹੈ। ਉਹਨਾਂ ਨੂੰ ਵੀ ਇਸ ਮਾਮਲੇ 'ਚ ਅਸੀਂ ਇੱਕ ਵਾਰ ਫੋਨ ਕੀਤਾ ਸੀ ਜਦੋਂ ਉਹ DUI ਸੀਗੇ, ਤੇ ਉਹਨਾਂ ਨੂੰ ਹੁਣ ਸਭ ਕੁਝ ਪਤਾ ਹੈ, ਪਰ ਫਿਰ ਵੀ ਇਸ ਘੁਟਾਲੇ ਵਿੱਚ ਕੋਈ ਕਾਰਵਾਈ ਨਾ ਕਰਨਾ, ਕਿ ਇਹਨਾਂ ਦੀ ਅਕਾਊਂਟੇਬਿਲਟੀ ਨਹੀਂ ਬਣਦੀ? ਇਹਨਾਂ ਦੀ ਜ਼ਿੰਮੇਵਾਰੀ ਤਾਂ ਬਲਕਿ ਡਬਲ ਬਣਦੀ ਹੈ, ਕਿਉਂਕਿ ਸਭ ਤੋਂ ਪਹਿਲਾਂ ਤਾਂ ਜਦੋਂ ਘੁਟਾਲਾ ਹੋਇਆ ਸੀ ਉਹਨਾਂ ਦੇ ਜਦੋਂ ਅਸੀਂ ਇਹਨਾਂ ਨੂੰ ਫੋਨ ਵੀ ਕੀਤਾ ਸੀ, ਇਹ DUI ਸੀ। ਬੇਸਿਕਲੀ ਇਹ ਜਿਹੜੀ ਐਡਮਿਸ਼ਨ ਹੈ DUI ਅਪਰੂਵ ਕਰਦੇ ਨੇ, ਤਾਂ DUI ਦੇ ਪਦ 'ਤੇ ਚਾਹੇ ਉਦੋਂ ਪ੍ਰੋਫੈਸਰ VR ਸਿਨਹਾ ਸੀ ਜਿਨ੍ਹਾਂ ਦੇ ਟਾਈਮ ਤੇ ਸਕੈਮ ਹੋਇਆ, ਚਾਹੇ ਉਸ ਤੋਂ ਬਾਅਦ ਪ੍ਰੋਫੈਸਰ ਰੇਨੂ ਵਿਜ ਆਏ ਜਿਨ੍ਹਾਂ ਨੂੰ ਇਸ ਸਕੈਮ ਦਾ ਪਤਾ ਸੀ ਤੇ ਜਿਨ੍ਹਾਂ ਦੇ ਕੋਲ ਬਾਰ-ਬਾਰ ਇਨਫੋਰਮੇਸ਼ਨ ਆਈ, ਕਿਸੇ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਤੇ ਅੱਜ ਜਦੋਂ ਇਹ ਵਾਈਸ ਚਾਂਸਲਰ ਬਣ ਚੁੱਕੇ ਨੇ, ਹੁਣ ਪਿਛਲੇ VC ਤਾਂ ਚਲੇ ਗਏ ਨੇ, ਲੇਕਿਨ ਸਕੈਮ ਅੱਜ ਵੀ ਉਵੇਂ ਹੈ, ਹਾਲਾਤ ਅੱਜ ਵੀ ਉਵੇਂ ਨੇ, ਤਾਂ ਇਹਨਾਂ ਦਾ ਬਿਲਕੁਲ ਫਰਜ਼ ਬਣਦਾ ਹੈ ਕਿ ਇਹਨੂੰ ਇਨਵੈਸਟੀਗੇਟ ਕਰਕੇ ਇਸ 'ਤੇ ਕਾਰਵਾਈ ਕਰਨ। ਅਗਰ ਕਾਰਵਾਈ ਕਰਨੀ ਨਹੀਂ ਸੀ ਤਾਂ ਮੇਰਾ ਖਿਆਲ ਹੈ ਕਿ ਸਿਰਫ ਵਾਈਸ ਚਾਂਸਲਰ ਇੱਕ ਪਰਸਨ, ਇੱਕ ਇੰਡੀਵਿਜੂਅਲ ਗਏ ਨੇ, ਕਰਪਸ਼ਨ ਤਾਂ ਅੱਜ ਵੀ ਉਵੇਂ ਦੀ ਉਵੇਂ ਪਈ ਹੈ। ਜੇ ਕਰਪਸ਼ਨ ਤੇ ਕਾਰਵਾਈ ਨਹੀਂ ਕਰਨੀ ਤਾਂ ਕੀ ਫਰਕ ਪੈਂਦਾ ਹੈ ਕਿ ਵਾਈਸ ਚਾਂਸਲਰ ਪੁਰਾਣੇ ਸੀਗੇ ਜਾਂ ਨਵੇਂ ਆ ਗਏ ਨੇ? ਸਰ ਮਤਲਬ ਸਮਝਿਆ ਜਾਵੇ ਕਿ ਕੁਰਸੀ ਤੇ ਬੈਠਣ ਵਾਲੇ ਸਿਰਫ ਚਿਹਰੇ ਬਦਲੇ ਨੇ, ਪਰ ਅੱਜ ਵੀ ਪੰਜਾਬ ਯੂਨੀਵਰਸਿਟੀ ਦੇ ਹਾਲਾਤ ਨਹੀਂ ਬਦਲੇ, ਤੇ ਨਾ ਹੀ ਬਦਲਿਆ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਭ੍ਰਿਸ਼ਟਾਚਾਰ ਦਾ ਆਲਮ। ਸਰ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਡਾਕਟਰ ਰਜਿੰਦਰ ਕੁਮਾਰ ਸਿੰਗਲਾ ਜੀ, ਪਰ ਸਵਾਲ ਵੱਡਾ ਇਹ ਹੈ ਕਿ ਰਾਜਕੁਮਾਰ ਜੀ ਹੋਣਾ ਦੇ ਜੋ ਇਲਜ਼ਾਮ ਲੱਗੇ, ਕਥਿਤ ਇਲਜ਼ਾਮਾਂ ਕਰਕੇ ਅਸਤੀਫਾ ਲਿਆ ਗਿਆ, ਪਰ ਉਦੋਂ ਵੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਦਫ਼ਤਰ ਤੋਂ, ਯਾਨੀ ਕਿ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਦੇ ਦਫ਼ਤਰ ਤੋਂ ਕੋਈ ਚਿੱਠੀ ਨਹੀਂ ਆਈ ਸੀ MBA ਐਡਮਿਸ਼ਨ ਸਕੈਮ ਨੂੰ ਲੈ ਕੇ, ਇਸ ਘੁਟਾਲੇ ਨੂੰ ਲੈ ਕੇ। ਪਰ ਅੱਜ ਆਈਏ ਜਦੋਂ ਵਾਈਸ ਚਾਂਸਲਰ ਨੇ ਮੈਡਮ ਰੇਨੂ ਵਿਗ, ਪਰ ਫਿਰ ਵੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਉਸ ਚਿੱਠੀ ਨੂੰ ਛਿੱਕੇ ਤੇ ਟੰਗਿਆ ਜਾ ਰਿਹਾ ਹੈ। ਕਿਉਂ? ਆਖਰ ਇੰਨਾ ਖਾਸ ਕੀ ਹੈ ਪ੍ਰੋਫੈਸਰ ਮੀਨਾ ਸ਼ਰਮਾ ਜਾਂ ਫਿਰ ਉਹਨਾਂ ਦੇ ਬੇਟੇ ਗਰਵਿਤ ਸ਼ਰਮਾ ਦੇ ਵਿੱਚ, ਜੋ ਤਕਰੀਬਨ 2 ਸਾਲਾਂ ਤੋਂ ਉਹਨਾਂ ਨੂੰ ਤੇ ਉਹਨਾਂ ਕਰਕੇ ਹੋਏ ਐਡਮਿਸ਼ਨ ਸਕੈਮ ਨੂੰ, MBA ਐਡਮਿਸ਼ਨ ਘੁਟਾਲੇ ਨੂੰ ਪੰਜਾਬ ਯੂਨੀਵਰਸਿਟੀ ਛੁਪਾਉਣ ਦੇ ਵਿੱਚ ਲੱਗੀ ਹੈ? ਖੈਰ, ਸਾਡੇ ਵੱਲੋਂ ਸਭ्य ਭਾਸ਼ਾ ਵਿੱਚ ਜੇ ਕਹੀਏ ਤਾਂ ਓਪਨ ਇਨਵੀਟੇਸ਼ਨ ਹੈ। ਜੇ ਦੂਜੇ ਲਫ਼ਜ਼ਾਂ ਦੇ ਵਿੱਚ ਤੁਸੀਂ ਸੁਣਨਾ ਚਾਹੁੰਦੇ ਹੋ, ਸਾਡੇ ਵੱਲੋਂ ਖੁੱਲ੍ਹੀ ਚੁਣੌਤੀ ਹੈ ਪੰਜਾਬ ਯੂਨੀਵਰਸਿਟੀ ਨੂੰ, ਪੰਜਾਬ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨੂੰ। ਤੁਸੀਂ ਕੋਈ ਮਰਜ਼ੀ ਅਧਿਕਾਰੀ, ਆਪਣਾ ਉੱਚ ਤੋਂ ਉੱਚ ਅਧਿਕਾਰੀ ਸਾਡੇ ਕੋਲ ਭੇਜ ਸਕਦੇ ਹੋ। ਅਸੀਂ ਡਿਸਕਸ਼ਨ ਕਰਾਂਗੇ MBA ਐਡਮਿਸ਼ਨ ਘੁਟਾਲੇ ਦੇ ਉੱਤੇ, ਤੱਥ ਸਾਹਮਣੇ ਅਸੀਂ ਵੀ ਰੱਖਾਂਗੇ, ਤੱਥ ਸਾਹਮਣੇ ਤੁਸੀਂ ਵੀ ਰੱਖਿਓ, ਤੇ ਫਿਰ ਦੇਖਾਂਗੇ ਦੁੱਧ ਦਾ ਦੁੱਧ ਹੁੰਦਾ ਹੈ ਜਾਂ ਫਿਰ ਪਾਣੀ ਦਾ ਪਾਣੀ ਹੁੰਦਾ ਹੈ। ਸਾਡੀ ਖੁੱਲ੍ਹੀ ਚੁਣੌਤੀ ਹੈ। ਤੇ ਇੱਕ ਗੱਲ ਹੋਰ ਨੋਟ ਕਰੋ, ਜਗ੍ਹਾ ਵੀ ਤੁਹਾਡੀ ਤੇ ਟਾਈਮ ਵੀ ਤੁਹਾਡਾ, ਪਰ ਹਾਂ ਤੱਥ ਉਸ ਦਿਨ ਸੱਚ ਬੋਲਣਗੇ,
ਝੂਠ ਨਹੀਂ, ਨਾ ਉਸ ਦਿਨ ਝੂਠ ਚੱਲਣਾ ਹੈ, ਉਸ ਦਿਨ ਭ੍ਰਿਸ਼ਟਾਚਾਰ ਵੀ ਬੇਨਕਾਬ ਹੋਏਗਾ ਤੇ ਸਰੇਆਮ ਹੋਏਗਾ। ਇੱਕ ਵਾਰ ਫਿਰ ਤਿਆਰ ਰਹਿਣਾ ਤੁਸੀਂ ਬੇਸ਼ਰਮ ਹੋਣ ਦੇ ਲਈ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ, ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।